आम आदमी पार्टी ਦੇ ਵਿੱਚ ਜਿਹੜੀ ਇੱਕ ਨਵਾਂ ਉਬਾਲ ਆਇਆ ਹੈ ਉਸ ਦਿਨ ਤਾਂ ਬਹੁਤ ਜ਼ਿਆਦਾ ਸੀਗਾ ਜਿਸ ਦਿਨ ਖਾਸ ਕਰਕੇ ਸਿੱਟ ਦੇ ਜਿਹੜੇ ਸਾਬਕਾ ਮੈਂਬਰ ਮੁਖੀ ਰਹਿ ਚੁੱਕੇ ਨੇ ਮੈਂਬਰ ਤੇ ਮੁਖੀ ਵੀ ਸੀਗੇ ਫਿਰ ਬਾਅਦ ਵਿੱਚ ਉਹਨਾਂ ਨੇ ਜੁਆਇਨ ਕੀਤੀ ਕਾਫੀ ਜ਼ਿਆਦਾ ਮੀਡੀਆ ਨੇ ਵੀ ਉਹਨਾਂ ਨੂੰ ਕਵਰੇਜ ਦਿੱਤੀ ਤੇ ਆਮ ਆਦਮੀ ਪਾਰਟੀ ਦੇ ਅੰਦਰ ਡਿਫਰੈਂਟ ਟਾਈਪ ਦੇ ਉਸ ਦਿਨ ਦ੍ਰਿਸ਼ ਜਿਹੜਾ ਸੀ ਦੇਖਣ ਨੂੰ ਮਿਲਿਆ ਇਸ਼ੂ ਇੱਕ ਇਨਵੋਲਵ ਹੈ ਅੱਗੇ ਤਾਂ ਕੱਲਾ ਅਕਾਲੀ ਦਲ ਕਲਪਰੇਟ ਬਣਿਆ ਜਾਂਦਾ ਸੀ ਹੁਣ ਜਿਹੜੀ ਪਰਸੈਪਸ਼ਨ ਬਿਲਡ ਹੋਈ ਹੈ ਉਹ ਇਹ ਹੈ ਕਿ ਰੂਲਿੰਗ ਕਾਂਗਰਸ ਵੀ ਇਸ ਮਾਮਲੇ 'ਤੇ ਫੇਲ ਹੋਈ ਹੈ ਜਿਹੜਾ ਕੰਵਰ ਵਿਜੇ ਪ੍ਰਤਾਪ ਦਾ ਰੈਜੀਗਨੇਸ਼ਨ ਹੈ ਉਹ ਕਾਂਗਰਸ ਦੇ ਫੇਲਰ ਦੀ ਨਿਸ਼ਾਨੀ ਹੈ ਸੋ ਹੁਣ ਇਹ ਏਜੰਡਾ ਉਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ ਚੱਲੇਗਾ ਕੁਛ ਇਸ਼ੂਜ਼ ਇਹ ਜਿਹੇ ਨੇ ਜਿਹੜੇ ਐਮਪੀਜ਼ ਨੇ ਚਾਹੇ ਉਹ ਰਾਜ ਸਭਾ ਦੇ ਐਮਪੀ ਕਹਿ ਲਓ ਤੁਸੀਂ ਜਿਹੜੇ ਰਵਨੀਤ ਬਿੱਟੂ ਨੇ ਜਾਂ ਫਿਰ ਗੱਲ ਕਰ ਲਓ ਬਾਜਵਾ ਦੀ ਪ੍ਰਤਾਪ ਬਾਜਵਾ ਦੀ ਉਹ ਕਈ ਵਾਰੀ ਉਹ ਜਿਹੜੇ ਹੈਗੇ ਨੇ ਪਾਸਾ ਵਟਦੇ ਜਿਹੇ ਦਿਖਾਈ ਦਿੰਦੇ ਆ ਇਹ ਸਾਰੀਆਂ ਗੱਲਾਂ ਦੇ ਵਿੱਚ ਤੁਸੀਂ ਕਾਂਗਰਸ ਦੇ ਅੰਦਰੂਨੀ ਮਾਹੌਲ ਤੇ ਜਿਹੜਾ ਹਾਈ ਕਮਾਨ ਹੈਗੀ ਹੈ ਕਿਵੇਂ ਦੇਖਦੇ ਤੁਹਾਡੇ ਦੋ ਮੰਤਰੀ ਖਾਸ ਕਰਕੇ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਦੋਂ ਬਰਗਾੜੀ ਦੀ ਐਜੀਟੇਸ਼ਨ ਚੱਲੀ ਸੀਗੀ ਇਹਨਾਂ ਨੇ ਵਿੱਚ ਇੰਟਰਵੀਨ ਕੀਤਾ ਸੀ ਅਤੇ ਸਰਕਾਰ ਦੀ ਬਿਹਾਫ 'ਤੇ ਕੁਝ ਵਾਅਦੇ ਕੀਤੇ ਸੀ ਹੁਣ ਜੇ ਉਹ ਵਾਅਦੇ ਪੂਰੇ ਨਹੀਂ ਹੁੰਦੇ ਉਹਦੇ ਵਾਸਤੇ ਮਿਨਿਸਟਰ ਜ਼ਿੰਮੇਦਾਰ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਦਾਰ ਕਮੇਟੀ ਵੀ 3 ਮੈਂਬਰੀ ਕਮੇਟੀ ਬਣੀ ਹੈ ਦਿੱਲੀ ਔਰ ਉਸ ਦੇ ਨਾਲ ਜੇ ਆਪਾਂ ਗੱਲ ਕਰੀਏ ਬਾਰ-ਬਾਰ ਜਦੋਂ ਵੀ ਅਸੀਂ ਕਿਸੇ ਨਾਲ ਵੀ ਕਾਂਗਰਸ ਦੇ ਜਿਹੜੇ ਮੰਤਰੀ ਨੇ ਜਾਂ ਫਿਰ MLAs ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਉੱਥੇ ਕੀ ਕਿਹਾ ਵੀ ਇਸ ਤਰ੍ਹਾਂ ਕੁਝ ਕਿਹਾ ਡੈਫੀਨੇਟਲੀ ਸਿੱਧਾ ਉਹ ਕੈਮਰਾਸ 'ਤੇ ਆ ਕੇ ਤਾਂ ਉਹਨਾਂ ਨੇ ਇਸ ਬਾਰੇ ਨਹੀਂ ਗੱਲ ਕੀਤੀ ਪਰ ਜੇ ਆਫ ਦਾ ਕੈਮਰਾ ਕੋਈ ਗੱਲ ਕੀਤੀ ਕਿ ਤੁਸੀਂ ਕਿਹਾ ਜਾ ਕੇ ਕਿ ਸਿੱਧੂ ਹੋ ਸਕਦਾ CM ਜਾਂ ਕੋਈ ਹੋਰ ਹੋ ਸਕਦਾ ਅਤੇ ਉਹ ਇਸ ਗੱਲ ਤੋਂ ਵੀ ਇਨਕਾਰੀ ਨੇ ਦੋਵੇਂ ਗੱਲਾਂ ਚੱਲ ਰਹੀਆਂ ਬਈ PPCC ਚੀਫ ਚੇਂਜ ਕਰਨਾ ਕਿ ਨਾਲ CM ਵੀ ਚੇਂਜ ਕਰਨਾ ਹੁਣ ਫੈਸਲਾ ਤਾਂ ਇਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਹੈ ਅਤੇ ਮੈਨੂੰ ਹੋਰ ਵੀ ਇੱਕ ਗੱਲ ਇੰਟਰਸਟਿੰਗ ਲੱਗਦੀ ਹੈ ਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਬੜੇ ਮੁੱਦਤ ਬਾਅਦ ਐਕਟਿਵ ਹੋਈ ਹੈ ਸਾਰੇ ਦੇ ਸਾਰੇ ਚਾਹੇ MLAs ਨੇ ਚਾਹੇ ਕੁਛ ਨੇ ਬਾਵਜੂਦ ਉਸਦੇ ਕਿ ਉਹਨਾਂ ਦੇ ਕੁਛ ਡਿਫਰੈਂਸ ਆਫ ਓਪੀਨੀਅਨ ਕਹਿ ਲਓ ਜਾਂ ਕਈ ਚੀਜ਼ਾਂ ਕਹਿ ਲਓ ਹੈ ਨੇ ਔਰ ਉਹ ਦਿੱਲੀ ਦਰਬਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਫਿਰ ਵੀ ਹਰ ਵਾਰ ਜਿਹੜੇ ਜੇ ਆਖਰੀ ਮੋਹਰ ਲਾਣੀ ਹੈ ਕਿਸੇ ਦੇ ਨਾਮ 'ਤੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਹੀ ਲਾਈ ਜਾਂਦੀ ਹੈ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਹੀ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਹੈ ਇਹ 2017 ਦੇ ਵਿੱਚ ਸੀ ਹੁਣ ਨਹੀਂ ਹੈ ਹੁਣ ਜਿਹੜਾ ਉਹ ਰੁਤਬਾ ਸੀ ਕੈਪਟਨ ਸਾਹਿਬ ਦਾ ਉਹ ਡਾਇਲੂਟ ਹੋ ਗਿਆ ਅਤੇ ਉਹਦੇ 'ਚ ਕਿਸੇ ਦਾ ਕਸੂਰ ਨਹੀਂ ਹੈ ਇਹਨਾਂ ਦਾ ਆਪਣਾ ਹੈ ਇਹ ਸਾਡੀ ਅਸੈਸਮੈਂਟ ਤਾਂ ਥੋੜ੍ਹੀ ਜਿਹੀ ਹੋਰ ਅੱਗੇ ਚੱਲ ਕੇ ਸੀ ਵੀ ਕਾਂਗਰਸ ਆਪਣੇ ਆਪ ਅਲੱਗ ਹੈ ਅਤੇ ਕੈਪਟਨ ਸਾਹਿਬ ਅਲੱਗ ਹੈ ਅਤੇ ਕਾਂਗਰਸ ਕੈਪਟਨ ਸਾਹਿਬ ਕਰਕੇ ਦਿੱਤੀ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਅ ਡਾਇਲੋਗ ਪੰਜਾਬ ਦੀ ਸਿਆਸਤ ਕਰਵਟਾਂ ਲੈ ਰਹੀ ਹੈ ਲਗਾਤਾਰ ਇਸ ਵੇੜੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆ ਅਤੇ ਸਭ ਤੋਂ ਲੇਟੈਸਟ ਜਿਹੜੀ ਗੱਲ ਹੋਈ ਉਹ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਸਿੱਟ ਦੇ ਸਾਬਕਾ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਆਉਣਾ ਜੁਆਇਨ ਕਰਨਾ ਕਾਫੀ ਦੇਰ ਤੋਂ ਕਨਸੂਈਆਂ ਤਾਂ ਹੋ ਰਹੀਆਂ ਸੀਗੀਆਂ ਸੁਣ ਰਹੀਆਂ ਸੀਗੀਆਂ ਗੱਲਾਂ ਵੀ ਹੋ ਰਹੀਆਂ ਸੀਗੀਆਂ ਪਰ ਹਜੇ ਪਤਾ ਨਹੀਂ ਸੀ ਲੱਗ ਰਿਹਾ ਕਿ ਕਦੋਂ ਇਹ ਹੋਏਗਾ ਬੜਾ ਇੰਟਰਸਟਿੰਗ ਸੀ ਉਹ ਦਿਨ ਇੱਕਦਮ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਆਉਂਦੇ ਨੇ ਪਾਰਟੀ ਦੇ ਅੰਦਰ ਵੀ ਇਸ ਗੱਲ ਦੀ ਜ਼ਿਆਦਾ ਪਤਾ ਨਹੀਂ ਸੀਗਾ ਕਿ ਅੱਜ ਕੀ ਹੋਣ ਵਾਲਾ ਹੈ ਪਰ ਇਹ ਜ਼ਰੂਰ ਇੱਕ ਦਿਨ ਪਹਿਲੇ ਕੁਝ TV ਚੈਨਲਾਂ 'ਤੇ ਗੱਲ ਬਾਹਰ ਆ ਗਈ ਸੀ ਕਿ ਕੱਲ੍ਹ ਜਿਸ ਦਿਨ ਅਰਵਿੰਦ ਕੇਜਰੀਵਾਲ ਨੇ ਆਉਣਾ ਸੀਗਾ ਉਸ ਦਿਨ ਨਵੇਂ ਕੁਝ ਲੋਕ ਨੇ ਵੱਡੀਆਂ ਕੋਈ ਸ਼ਖਸੀਅਤਾਂ ਨੇ ਜਿਹੜੀਆਂ ਕਿ ਪਾਰਟੀ ਨੂੰ ਜੁਆਇਨ ਕਰ ਸਕਦੀਆਂ ਆਮ ਆਦਮੀ ਪਾਰਟੀ ਦੇ ਜਿਹੜਾ ਇੱਕ ਪੂਰੀ ਦੀ ਪੂਰੀ ਪਾਰਟੀ ਦਾ ਇੱਕ ਆਪਣਾ ਫੋਲਡ ਹੈ ਉਹਦੇ ਵਿੱਚ ਨਵੇਂ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਬਹੁਤ ਸਾਰੀਆਂ ਉਹਦੇ ਵਿੱਚ ਫਿਰ ਤੋਂ ਕਿਆਸਰਾਈਆਂ ਲਾਈਆਂ ਗਈਆਂ ਜਿਹਦੇ ਵਿੱਚ ਲਕਸ਼ਮੀ ਕਾਂਤਾ ਚਾਵਲਾ ਦਾ ਗੱਲ ਕਦੀ ਨਾਮ ਅੱਗੇ ਆਉਂਦਾ ਸੀਗਾ ਕਦੀ ਅਨਿਲ ਜੋਸ਼ੀ ਦੋਨੋਂ ਭਾਜਪਾ ਦੇ BJP ਦੇ ਆਗੂ ਨੇ ਉਹਨਾਂ ਦਾ ਨਾਮ ਅੱਗੇ ਆਉਂਦਾ ਸੀਗਾ ਪਰ ਅਲਟੀਮੇਟਲੀ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦਾ ਨਾਮ ਪਹਿਲੇ ਨੰਬਰ 'ਤੇ ਚੱਲ ਰਿਹਾ ਸੀ ਉਹ ਉਸ ਦਿਨ ਜੁਆਇਨ ਕਰ ਗਏ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਰਵਿੰਦ ਕੇਜਰੀਵਾਲ ਨੇ ਵੀ ਔਰ ਲਕਸ਼ਮੀ ਕਾਂਤਾ ਚਾਵਲਾ ਜਿਹੜੇ ਨੇ ਉਹਨਾਂ ਦੇ ਪੈਰ ਵੀ ਛੂਏ
ਇਹ ਤਾਂ ਗੱਲ ਹੋਈ ਆਮ ਆਦਮੀ ਪਾਰਟੀ ਦੀ ਤੇ ਕੁਝ ਹਿੱਸੇ ਭਾਜਪਾ ਦੀ। ਜਿੱਥੇ ਤੱਕ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਵੀਆਂ ਹੋ ਰਹੀਆਂ। ਬਸਪਾ ਨਾਲ ਨਵਾਂ ਉਹਨਾਂ ਦਾ ਜਿਹੜਾ ਗੱਠਜੋੜ ਹੋਇਆ ਉਹ ਸਭ ਦੇ ਸਾਹਮਣੇ ਹੈ ਹੁਣ। ਪਰ ਜਿਹੜੀ ਕਾਂਗਰਸ ਹੈਗੀ ਹੈ ਉਹਦਾ ਜਿਹੜਾ ਕਾਟੋ ਕਲੇਸ਼ ਸੀਗਾ ਉਹ ਹਜੇ ਉਸੇ ਤਰੀਕੇ ਨਾਲ ਚੱਲ ਰਿਹਾ। ਮੀਟਿੰਗਾਂ 'ਤੇ ਮੀਟਿੰਗਾਂ ਚੱਲ ਰਹੀਆਂ ਨੇ। 3 ਮੈਂਬਰੀ ਕਮੇਟੀ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ। ਰਾਹੁਲ ਗਾਂਧੀ ਦੇ ਦਰਵਾਜ਼ੇ 'ਤੇ ਦੁਬਾਰਾ ਤੋਂ ਸਾਰੇ ਦੇ ਸਾਰੇ ਵਿਧਾਇਕ, ਮੁੱਖ ਮੰਤਰੀ ਪਹੁੰਚੇ ਨੇ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ ਨੇ। ਦੇਖਦੇ ਹਾਂ ਸਾਰੀ ਦੀ ਸਾਰੀ ਸਿਆਸਤ ਦੇ ਵਿੱਚ ਹੁੰਦਾ ਕੀ ਹੈ। ਪਰ ਇਸ ਦੇ ਨਾਲ ਹੀ ਅੱਜ ਇਸ ਸਭ 'ਤੇ ਅਸਲ ਝਾਤ ਮਾਰਨ ਲਈ ਅਸੀਂ ਫਿਰ ਇੱਕ ਪੱਤਰਕਾਰ ਦੇ ਘਰ ਆਏ ਹਾਂ, ਜਿਹੜੇ ਕਿ ਬਹੁਤ ਹੀ ਸੁਹਿਰਦ ਪੱਤਰਕਾਰ ਨੇ। ਸਾਡੇ ਨਾਲ ਨੇ ਜਗਤਾਰ ਸਿੰਘ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਬਿੰਦੂ ਜੀ। ਸਰ, ਮੈਂ ਐਡੀ ਲੰਬੀ ਚੌੜੀ ਮੈਨੂੰ ਅੱਜ ਫਿਰ ਇੰਟਰੋਡਕਸ਼ਨ ਬਣਨੀ ਪਈ ਹੈ ਅਤੇ ਆਪਾਂ ਗੱਲ ਆਮ ਆਦਮੀ ਪਾਰਟੀ ਤੋਂ ਹੀ ਕਰ ਲੈਂਦੇ ਹਾਂ ਜੀ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਇੱਕ ਨਵਾਂ ਉਬਾਲ ਆਇਆ, ਉਸ ਦਿਨ ਤਾਂ ਬਹੁਤ ਜ਼ਿਆਦਾ ਸੀਗਾ, ਜਿਸ ਦਿਨ ਖਾਸ ਕਰਕੇ ਸਿੱਟ ਦੇ ਜਿਹੜੇ ਸਾਬਕਾ ਮੈਂਬਰ ਮੁਖੀ ਰਹਿ ਚੁੱਕੇ ਨੇ, ਮੈਂਬਰ ਅਤੇ ਮੁਖੀ ਵੀ ਸੀਗੇ ਫਿਰ ਬਾਅਦ ਵਿੱਚ, ਉਹਨਾਂ ਨੇ ਜੁਆਇਨ ਕੀਤੀ। ਕਾਫੀ ਜ਼ਿਆਦਾ ਮੀਡੀਆ ਨੇ ਵੀ ਉਹਨਾਂ ਨੂੰ ਕਵਰੇਜ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਅੰਦਰ ਡਿਫਰੈਂਟ ਟਾਈਪ ਦੀ ਉਸ ਦਿਨ ਦ੍ਰਿਸ਼ ਜਿਹੜਾ ਸੀ ਦੇਖਣ ਨੂੰ ਮਿਲਿਆ। ਅਰਵਿੰਦ ਕੇਜਰੀਵਾਲ ਸਿੱਧੇ ਜਹਾਜ਼ ਤੋਂ ਅੰਮ੍ਰਿਤਸਰ ਉਤਰਦੇ ਨੇ। ਉੱਥੇ ਜਾ ਕੇ ਉਹ ਮਤਲਬ ਕਿ ਕਿਸੇ ਨੂੰ ਹਜੇ ਨਹੀਂ ਪੱਕਾ ਪਤਾ ਕਿ ਕੌਣ ਹੋਏਗਾ ਕਰਨ ਵਾਲੇ। 2 4 5 ਨਾਮ ਚੱਲ ਰਹੇ ਸੀ, ਜਿਵੇਂ ਮੈਂ ਜ਼ਿਕਰ ਕੀਤਾ। ਕੀ ਸੋਚਦੇ ਹੋ ਤੁਸੀਂ ਇਸ ਸਾਰੇ ਉਸ ਦਿਨ ਦੇ ਦ੍ਰਿਸ਼ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ? ਦੇਖੋ ਜੀ, ਜਿਹੜੀ ਫਲਾਈਟ ਹੈ ਨਾ ਦਿੱਲੀ ਤੋਂ ਅੰਮ੍ਰਿਤਸਰ ਦੀ ਸਿੱਧੀ, ਉਹ ਰਾਜ ਤੱਕ ਤਾਂ ਰੁਕਦੀ ਨਹੀਂ। ਹਾਂਜੀ, ਉਹ ਤਾਂ ਸਿੱਧਾ ਅੰਮ੍ਰਿਤਸਰ ਹੀ ਆ ਕੇ ਰੁਕਣਾ। ਹਾਂਜੀ, ਸੋ ਇਸ ਕਰਕੇ ਕੇਜਰੀਵਾਲ ਜੀ ਦਿੱਲੀ ਤੋਂ ਚੱਲੇ ਅਤੇ ਸਿੱਧੇ ਅੰਮ੍ਰਿਤਸਰ ਪਹੁੰਚੇ। ਅਤੇ ਜਿਹੜੀ ਗੱਲ ਕੰਵਰ ਵਿਜੇ ਪ੍ਰਤਾਪ ਹੋਰਾਂ ਦੀ ਹੈ, ਦੇਖੋ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀ IPS ਤੋਂ, ਅਤੇ ਉਹਨਾਂ ਨੇ ਨਾਲ ਆਪਣੀ ਕੁਛ ਅਨਾਊਂਸਮੈਂਟਸ ਵੀ ਕੀਤੀਆਂ ਸੀ ਜਿਹਤੋਂ ਕਲੀਅਰ ਸੀ। ਉਹਨਾਂ ਨੇ ਕਿਹਾ ਕਿ ਮੈਂ ਇਸ ਇਸ਼ੂ 'ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ। ਕੋਈ ਕਾਰਨ ਨਹੀਂ ਕਿ ਮੈਂ ਉਹਨਾਂ ਦੀ ਇੰਟੈਂਸ਼ਨ 'ਤੇ ਸ਼ੱਕ ਕਰਾਂ, ਕਿਉਂਕਿ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ। ਅਤੇ ਉਸ 'ਤੇ ਨਹੀਂ ਲੱਗਦਾ ਸੀ ਕਿ ਜੇ ਇਹਨਾਂ ਨੇ ਇਹ ਆਪਣਾ ਏਜੰਡਾ ਅੱਗੇ ਲੈ ਕੇ ਜਾਣਾ ਹੈ ਤਾਂ ਇਹਨਾਂ ਨੂੰ ਕੋਈ ਪਾਰਟੀ ਜੁਆਇਨ ਕਰਨੀ ਪਏਗੀ। ਅਤੇ ਪਾਰਟੀ ਦਾ ਫਿਰ ਇੱਕੋ ਹੀ ਸੀ ਜਿਹੜੀ ਜੁਆਇਨ ਕਰਨ ਵਾਲੀ ਸੀ, ਉਹ ਆਮ ਆਦਮੀ ਪਾਰਟੀ ਸੀ, ਅਤੇ ਉਹਨਾਂ ਨੂੰ ਐਸੇ ਫੇਸ ਦੀ ਲੋੜ ਵੀ ਸੀ। ਹਾਈ ਕੋਰਟ ਦਾ ਜਦੋਂ ਫੈਸਲਾ ਸਟ੍ਰਿਕਟ ਕੁਐਸ਼ ਕਰਨ 'ਤੇ ਆਇਆ, ਉਹਨੇ ਇੱਕ ਕੰਮ ਨਾਲ ਬਹੁਤ ਵੱਡਾ ਕਰਤਾ, ਜਿਹੜਾ ਅਦਰਵਾਈਜ਼ ਮੇਰੇ ਖਿਆਲ 'ਚ ਨਹੀਂ ਸੀ ਹੋਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ, ਇਹ ਮੁੜ ਕੇ ਸਿਆਸਤ ਦੀ ਸੈਂਟਰ ਸਟੇਜ 'ਤੇ ਆ ਗਿਆ। ਹੁਣ ਸੈਂਟਰ ਸਟੇਜ 'ਤੇ ਆਉਣਾ ਹੀ ਆਪਣੇ ਆਪ ਦੇ ਵਿੱਚ ਅਕਾਲੀ ਦਲ ਵਾਸਤੇ ਪ੍ਰੋਬਲਮ ਕ੍ਰੀਏਟ ਕਰਦਾ ਹੈ, ਕਿਉਂਕਿ ਉਹ ਐਸਾ ਮਸਲਾ ਹੈ ਜਿਹਦੇ ਹੁਣ ਤੱਕ ਜਵਾਬ ਕਿਸੇ ਨੂੰ ਨਹੀਂ ਮਿਲਿਆ। ਅਤੇ ਇਸ ਕਰਕੇ ਆਪ ਨੇ ਹੁਣ ਇਹਨਾਂ ਨੂੰ ਲਿਆ ਕੇ ਇੱਕ ਵੱਡੇ ਇਸ਼ੂ ਨੂੰ ਆਪਣਾ ਏਜੰਡਾ ਬਣਾਉਣਾ ਹੈ। ਹੁਣ ਕਾਂਗਰਸ ਨੇ ਵੀ ਬਣਾਉਣਾ ਹੈ। ਹੁਣ ਇਹਦੇ 'ਚ ਇਸ਼ੂ ਇੱਕ ਇਨਵਾਲਵ ਹੈ। ਅੱਗੇ ਤਾਂ ਇਕੱਲਾ ਅਕਾਲੀ ਦਲ ਕਲਪਰੇਟ ਬਣਿਆ ਜਾਂਦਾ ਸੀ। ਹੁਣ ਜਿਹੜੀ ਪਰਸੈਪਸ਼ਨ ਬਿਲਡ ਹੋਈ ਹੈ ਉਹ ਇਹ ਹੈ ਕਿ ਰੂਲਿੰਗ ਕਾਂਗਰਸ ਵੀ ਇਸ ਮਾਮਲੇ 'ਤੇ ਫੇਲ ਹੋਈ ਹੈ। ਜਿਹੜਾ ਕੰਵਰ ਵਿਜੇ ਪ੍ਰਤਾਪ ਦਾ ਰੈਜੀਗਨੇਸ਼ਨ ਹੈ, ਉਹ ਕਾਂਗਰਸ ਦੇ ਫੇਲਰ ਦੀ ਨਿਸ਼ਾਨੀ ਹੈ। ਸੋ ਹੁਣ ਇਹ ਏਜੰਡਾ ਉਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ ਚੱਲੇਗਾ। ਸੋ ਮੇਰੀ ਸਿੰਪਲ ਜੀ ਇਹਦੇ ਬਾਰੇ ਪਰਸੈਪਸ਼ਨ ਹੁਣ ਤੱਕ ਇੰਨੀ ਹੀ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਕੰਵਰ ਵਿਜੇ ਪ੍ਰਤਾਪ ਹੋਰਾਂ ਨੇ ਆਪ ਜੁਆਇਨ ਕੀਤੀ ਹੈ। ਸਰ, ਉਹਨਾਂ ਨੇ ਬੜੀ ਇੱਕ ਉਦੋਂ ਜਦੋਂ ਜੁਆਇਨ ਕਰਨ 'ਤੇ ਡਾਇਸ ਤੋਂ ਇੱਕ ਬੜੀ ਡਿਫਰੈਂਟ ਟਾਈਪ ਨਾਲ ਆਪਣੀ ਗੱਲ ਨੂੰ ਦੁਬਾਰਾ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ। ਕੋਪ ਤੋਂ ਉਹ ਜਿਹੜੇ ਸੀਗੇ ਉਹ ਐਡਵੋਕੇਟ ਅਤੇ ਐਡਵੋਕੇਟ ਦੇ ਬਾਅਦ ਹੀ ਟਰਨ ਟੂਵਰਡਸ ਦਿਸ ਲੀਡਰ ਬਣੇ, ਜਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਾਰਟੀ ਫੋਲਡ 'ਚ ਆ ਗਏ। ਉਹਨਾਂ ਨੇ ਗੱਲ ਕਹੀ ਕਿ ਜੇ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲਿਆ ਅਤੇ ਆਮ ਬੰਦੇ ਦੀ ਤਾਂ ਕੀ ਗੱਲ ਕਰ ਸਕਦੇ ਹਾਂ। ਜਿੱਥੋਂ ਤੱਕ ਗੱਲ ਕਰੀਏ, ਬੜੀ ਪੁਖਤਾ ਤਰੀਕੇ ਨਾਲ ਉਹਨਾਂ ਦੀ ਪਹਿਲੀ ਸਪੀਚ 'ਚ ਇਹ ਲਾਈਨਾਂ ਅਤੇ ਇਹ ਵਰਡ ਸੀਗੇ।
ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਤੋਂ ਕਿ ਕਿਸ ਤਰੀਕੇ ਦੇ ਨਾਲ ਉਹ ਹੁਣ ਇਸ ਮੁੱਦੇ ਨੂੰ ਅੱਗੇ ਆਮ ਆਦਮੀ ਪਾਰਟੀ ਗੱਲਾਂ ਤਾਂ ਪਹਿਲੇ ਵੀ ਬਹੁਤ ਕਰਦੇ ਰਹੇ, ਆਮ ਆਦਮੀ ਪਾਰਟੀ ਨੇ ਉਠਾ ਕੇ ਰੱਖਿਆ, ਕਾਂਗਰਸ ਨੇ ਆਪਣੇ ਤਰੀਕੇ ਦੇ ਨਾਲ ਲੈ ਕੇ ਚੱਲੀ ਹੈ ਅੱਗੇ, ਪਰ ਇੱਕ ਖਾਸ ਕਰਕੇ ਉਸ ਆਫਿਸਰ ਦਾ ਜੁਆਇਨ ਕਰਨ ਦੇ ਬਾਅਦ ਜਾਂ ਉਸ ਆਫਿਸਰ ਦਾ ਕਹਿਣਾ ਜਿਹੜਾ ਕਿ ਹੁਣ ਪੋਲੀਟੀਸ਼ੀਅਨ ਹੋ ਗਏ ਨੇ, ਜਿਹੜੇ ਕਿ ਪਾਰਟੀ ਫੋਲਡ 'ਚ ਆਏ ਨੇ, ਪਰ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਕੀਤੀ ਹੈ ਉਹਨਾਂ ਦੇ ਦਿਮਾਗ 'ਤੇ ਜਾਂ ਉਹਨਾਂ ਦੇ ਜਿਹੜਾ ਆਪਣੇ ਇੱਕ ਐਕਸਪੀਰੀਅੰਸ ਸੀਗਾ ਉਹ ਹਜੇ ਉਹਨਾਂ ਦੇ ਜ਼ਿਹਨ 'ਤੇ ਬਿਲਕੁਲ ਤਰੋਤਾਜ਼ਾ ਹੈ। ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਵੀ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਾ ਮਿਲਣਾ, ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਢੰਗ ਨਾਲ ਪੁੱਟ ਅਪ ਕਰਦਾ। ਅਕਾਲੀ ਦਲ ਦਾ ਜੇ ਤੁਸੀਂ ਜਿਹੜਾ ਸੰਵਿਧਾਨ ਮੇਰੇ ਕੋਲ, ਮੈਨੂੰ ਪਤਾ ਨਹੀਂ ਇਹਨਾਂ ਨੇ ਕੋਈ ਵਿਧਾਨ ਆਪਣਾ ਮੁੜ ਕੇ ਬਦਲ ਲਿਆ ਜਾਂ ਨਹੀਂ ਬਦਲਿਆ, ਜਦ ਕਿ ਕੋਰਟ ਦੇ ਵਿੱਚ ਕੇਸ ਆ ਵੀ ਇਹਨਾਂ ਨੇ ਚੁੱਪ ਕਰਕੇ ਇੱਕ ਦੂਸਰਾ ਵਿਧਾਨ ਲਿਆਂਦਾ, 2 ਵਿਧਾਨ ਨੇ। ਜਿਹੜਾ ਮੇਰੇ ਕੋਲ ਹੈ ਮੈਂ ਉਹਦੀ ਗੱਲ ਕਰੂੰਗਾ, ਉਹ 74 ਦਾ ਹੈ। ਅਤੇ ਉਹਦੇ ਵਿੱਚ ਜਿਹੜਾ ਪਹਿਲਾ ਆਬਜੈਕਟਿਵ ਹੈ ਪਾਰਟੀ ਦਾ, ਉਹ ਧਰਮ ਨੂੰ ਬਚਾਉਣ ਦਾ ਅਤੇ ਧਰਮ ਦਾ ਪ੍ਰਚਾਰ ਕਰਦਾ ਹੈ। ਸਰਕਾਰ ਬਣਾਉਣੀ ਯਾਨੀ ਪਾਵਰ ਪੋਲੀਟਿਕਸ, ਉਹ ਨੰਬਰ 2 'ਤੇ ਹੈ। ਮੈਂ ਉਸ ਕੰਟੈਕਸਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰੂੰਗਾ। ਸਰਕਾਰ ਅਕਾਲੀ ਦਲ ਦੀ ਹੋਵੇ, ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 5ਵੀਂ ਟਰਮ ਹੋਵੇ, ਉਹ ਸਿਰਫ ਅਕਾਲੀ ਦਲ ਦੇ ਪੈਟਰਨ ਹੀ ਨਹੀਂ ਬਲਕਿ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਫਕਰੇ ਕੌਮ ਪੰਥ ਰਤਨ ਦਾ ਖਿਤਾਬ ਵੀ ਮਿਲਿਆ ਹੋਇਆ ਹੈ। ਹੁਣ ਪੰਥ ਰਤਨ ਫਕਰੇ ਕੌਮ ਦੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਾ ਮਿਲੇ ਅਤੇ ਮੈਂ ਸੋਚਦਾ ਕਿ ਇਹ ਤਾਂ ਵਾਕਈ ਬੜੀ ਅਜੀਬ ਜਿਹੀ ਗੱਲ ਹੈ। ਇੱਕ ਗੁਨਾਹ ਹੋ ਗਿਆ, ਅਪਰਾਧ ਹੋ ਗਿਆ, ਅਪਰਾਧ ਕਿਸੇ ਦੀ ਸਰਕਾਰ 'ਚ ਵੀ ਹੋ ਸਕਦਾ ਹੈ, ਉਹ ਵੱਖਰਾ ਇਸ਼ੂ ਹੈ, ਲੇਕਿਨ ਇਨਸਾਫ ਨਾ ਮਿਲਣਾ ਉਹ ਵੱਖਰਾ ਇਸ਼ੂ ਹੈ। ਮੇਰਾ ਸਟ੍ਰੈਸ ਇਨਸਾਫ 'ਤੇ ਹੈ, ਇੱਕ ਇਨਸਾਫ 'ਤੇ। ਨੰਬਰ 2, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਸਿੱਖਾਂ 'ਤੇ ਗੋਲੀ ਚੱਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ। ਸੋ 2 ਇਸ਼ੂ ਹੈਗੇ ਹੈ। ਸਰਕਾਰ ਫਖਰੇ ਕੌਮ ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਸੋ ਜਿਹੜੀ ਗੱਲ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਹੈ ਕਿ ਪੰਜਾਬ ਵਿੱਚ ਇਹ ਸੋਚਿਆ ਹੀ ਨਹੀਂ ਜਾ ਸਕਦਾ, ਮੈਂ ਇਹ ਸੋਚ ਲੈਂਦਾ ਕਿ ਇਹ ਗੁਨਾਹ ਪੰਜਾਬ ਦੀ ਧਰਤੀ 'ਤੇ ਹੋ ਗਿਆ, ਜਿਵੇਂ ਮਰਜ਼ੀ ਹੋ ਗਿਆ, ਲੇਕਿਨ ਇਨਸਾਫ ਮਿਲਣਾ ਚਾਹੀਦਾ ਸੀਗਾ। ਇਨਸਾਫ ਨਾ ਦਿਵਾਉਣ ਦੇ ਵਿੱਚ ਹੁਣ ਸਾਰੇ ਹੀ ਗੁਨਾਹਗਾਰ ਹੈ। ਨੰਬਰ 1 'ਤੇ ਅਕਾਲੀ ਦਲ, ਅਤੇ ਇਹਦੀ ਪ੍ਰੋਪ ਸਿਰੇ ਨਾ ਲਾਉਣ 'ਤੇ ਮੇਰੇ ਖਿਆਲ 'ਚ ਕਾਂਗਰਸ ਸਰਕਾਰ ਜ਼ਿੰਮੇਦਾਰ ਹੈ। ਕਾਂਗਰਸ ਸਰਕਾਰ ਨੇ ਤਾਂ ਆਪਣੇ ਵੱਲੋਂ ਇੱਕ ਵਾਰੀ ਸਿੱਟ ਨਵੀਂ ਬਣਾ ਕੇ ਜਿਹੜੀ ਹੈ ਆਪਣਾ ਥੋੜ੍ਹਾ ਜਿਹਾ ਰੋਲ ਜਿਹੜਾ ਹੈਗਾ ਉਹ ਫਾਸਟ ਕਰਨਾ, ਮਤਲਬ ਕਿ ਉਸ ਵੱਲ ਨੂੰ ਗਏ ਨੇ ਕਿ ਉਹਨੂੰ ਤੇਜ਼ ਕੀਤਾ ਜਾਵੇ, ਆਪਣੇ ਰੋਲ ਨੂੰ ਥੋੜ੍ਹਾ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਗੱਲ 'ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖ ਰਹੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਸਾਬਕਾ ਮੁੱਖ ਮੰਤਰੀ, ਉਹਨਾਂ ਦਾ ਵੀ ਜਿਹੜੀ ਪੁੱਛਗਿੱਛ ਹੈਗੀ ਹੈ ਉਹ ਹੋਈ ਹੈ। ਇਹ ਸਾਰੀਆਂ ਗੱਲਾਂ ਨੇ ਕਾਂਗਰਸ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਜਾਂ ਨਵੀਂ ਸਿੱਟ ਜਿਹੜੀ ਹੈ ਉਹ ਵੀ ਕਰ ਰਹੀ ਹੈ, ਅਤੇ ਕਾਂਗਰਸ ਨੂੰ ਕਿਵੇਂ ਆਪਾਂ ਇਹਦੇ ਵਿੱਚ ਕਹਿ ਸਕਦੇ? ਬਿਲਕੁਲ ਠੀਕ ਹੈ ਤੁਹਾਡੀ ਗੱਲ, ਪੁੱਛ-ਗਿੱਛ ਕਰ ਰਹੀ ਹੈ। ਹੁਣ ਤੁਹਾਨੂੰ ਮੈਂ ਦੱਸਦਾ ਵੀ ਕਾਂਗਰਸ ਕਿਵੇਂ ਜ਼ਿੰਮੇਦਾਰ ਹੈ। ਜਦੋਂ 5 ਮੈਂਬਰੀ ਸਿੱਟ ਬਣੀ, ਜਿਸ ਸਿੱਟ ਦੇ ਕੰਵਰ ਵਿਜੇ ਪ੍ਰਤਾਪ ਸਿਰਫ ਇੱਕ ਮੈਂਬਰ ਸੀ, ਵੰਡ ਸਾਰੀ ਉਸ ਸਿੱਟ ਦੇ ਵਿੱਚ ਰੌਲਾ ਪੈ ਗਿਆ, ਅਤੇ ਉਸ ਸਿੱਟ ਦੇ ਕਨਵੀਨਰ ਸੀ ਐਡੀਸ਼ਨਲ DGP ਪ੍ਰਬੋਧ ਚੰਦ। ਮੈਨੂੰ ਕਦੇ ਇਹ ਸਮਝ ਨਹੀਂ ਆਈ ਕਿ ਜਦੋਂ ਉਸ ਟੀਮ ਦੇ ਵਿੱਚ ਰੌਲਾ ਪੈ ਜਾਏ ਅਤੇ ਚੀਫ ਮਿਨਿਸਟਰ ਸਾਹਿਬ ਨੇ ਇੰਟਰਵੀਨ ਕਿਉਂ ਨਹੀਂ ਕੀਤਾ ਇਫੈਕਟਿਵਲੀ। ਜੇ ਕੁਛ ਮੈਂਬਰਸ ਉਹਦੇ ਡਿਫਰੈਂਟ ਵਿਊਜ਼ ਰੱਖਦੇ ਹੈ ਅਤੇ ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਇੱਕ ਮੈਂਬਰ ਨੂੰ ਸਾਰੀ ਪਾਵਰ ਦੇ ਦਿਓ, ਉੱਥੋਂ ਹੀ ਇਹ ਸਾਰੀ ਗੜਬੜ ਹੋ ਜਾਂਦੀ ਹੈ। ਮੈਂ ਤਾਂ ਕਾਂਗਰਸ ਨੂੰ ਬਲੇਮ ਕਰਦਾ ਹਾਂ। ਉਸ ਸਟੇਜ ਸੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਮਾਮਲੇ 'ਤੇ ਇਫੈਕਟਿਵਲੀ ਇੰਟਰਵੀਨ ਕਰਕੇ ਉਸ ਜਿਹੜਾ ਸਾਰਾ ਰੌਲਾ ਸੀ ਟੀਮ ਦਾ ਉਹ ਖਤਮ ਹੋਣਾ ਚਾਹੀਦਾ ਸੀ। ਦੇਖੋ, ਚਲਾਨ 'ਤੇ ਹਮੇਸ਼ਾ ਇੱਕ ਅਫਸਰ ਦੇ ਸਾਈਨ ਹੁੰਦੇ ਆ, ਲੇਕਿਨ ਫਾਈਲ 'ਤੇ ਸਾਰਿਆਂ ਦੇ ਹੁੰਦੇ ਆ। 5 ਮੈਂਬਰੀ ਸਿੱਟ ਹੋਵੇ ਅਤੇ ਫਾਈਲ 'ਤੇ ਸਾਈਨ ਸਾਰਿਆਂ ਦੇ ਨਾ ਹੋਣ, ਉਹ ਕੇਸ ਨੂੰ ਬਹੁਤ ਵੀਕ ਕਰ ਦਿੰਦੀ ਹੈ। ਇੱਥੇ ਹੀ ਸਾਰੀ ਗੜਬੜ ਹੋਈ ਹੈ। ਇਸ ਕਰਕੇ ਮੈਂ ਕਾਂਗਰਸ ਨੂੰ ਵੀ ਇਹਦੇ ਨਾਲ ਬਲੇਮ ਕਰਦਾ ਹਾਂ। ਹੁਣ ਤਾਂ ਟਾਈਮ ਹੀ ਨਿਕਲ ਚੁੱਕਿਆ ਜੀ।
ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ ਕਿ ਇਲੈਕਸ਼ਨ ਜਿਹੜਾ ਹੈ ਸਾਰਾ ਸੂਬਾ ਇਲੈਕਸ਼ਨ ਮੋਡ 'ਚ ਚਲੇ ਗਿਆ ਲਗਭਗ। ਤੁਸੀਂ ਦੇਖੋ ਕਿ ਚੋਣਾਂ ਬਹੁਤ ਕਰੀਬ ਰਹਿ ਗਈਆਂ, ਕੋਡ ਆਫ ਕੰਡਕਟ ਲੱਗਣ ਵਾਲਾ ਹੈ ਕੁਛ ਹੀ ਮਹੀਨਿਆਂ 'ਚ। ਜਿਹੜਾ ਕਾਟੋ ਕਲੇਸ਼ ਹੈਗਾ, ਖਾਸ ਕਰਕੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਉਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਪਿਛਲੇ 1.5-2 ਮਹੀਨੇ ਤੋਂ ਕੰਟੀਨਿਊਟੀ ਨਾਲ ਜਿਹੜਾ ਹੈਗਾ ਚੱਲ ਰਿਹਾ, ਕੋਈ ਬ੍ਰੇਕ ਨਹੀਂ ਆ ਰਹੀ ਉਹਦੇ ਵਿੱਚ। ਕਦੀ ਇੱਥੇ ਗੱਲਾਂ ਹੁੰਦੀਆਂ, ਕਦੀ ਗੁਪਤ ਮੀਟਿੰਗਾਂ ਹੁੰਦੀਆਂ, ਕਦੀ CM ਸਾਹਿਬ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਉਹ ਮੀਟਿੰਗਾਂ ਕਰਦੇ ਹੈ, ਕਦੇ ਵਿੱਚ MPs ਜਿਹੜੇ ਨੇ ਉਹ ਨਾਲ ਉਹਨਾਂ ਦੀ ਗੱਲ 'ਚ ਹਾਂ ਮਿਲਾਉਂਦੇ ਦਿਖਾਈ ਦਿੰਦੇ ਹੈ। ਕੁਛ ਇਸ਼ੂਜ਼ ਇਹੋ ਜਿਹੇ ਨੇ ਜਿਹੜੇ MPs ਨੇ, ਚਾਹੇ ਉਹ ਰਾਜ ਸਭਾ ਦੇ MP ਕਹਿ ਲਓ ਤੁਸੀਂ, ਜਿਹੜੇ ਰਵਨੀਤ ਬਿੱਟੂ ਨੇ, ਜਾਂ ਫਿਰ ਗੱਲ ਕਰ ਲਓ ਬਾਜਵਾ ਦੀ, ਪ੍ਰਤਾਪ ਬਾਜਵਾ ਦੀ, ਉਹ ਕਈ ਵਾਰੀ ਉਹ ਜਿਹੜੇ ਹੈਗੇ ਨੇ ਪਾਸਾ ਵਟਦੇ ਜਿਹੇ ਦਿਖਾਈ ਦਿੰਦੇ ਹੈ। ਇਹ ਸਾਰੀਆਂ ਗੱਲਾਂ ਦੇ ਵਿੱਚ ਤੁਸੀਂ ਕਾਂਗਰਸ ਦੇ ਅੰਦਰੂਨੀ ਮਾਹੌਲ ਅਤੇ ਜਿਹੜਾ ਹਾਈ ਕਮਾਨ ਹੈਗੀ ਹੈ ਕਿਵੇਂ ਦੇਖਦੇ ਹੋ? ਦੇਖੋ, ਕੈਪਟਨ ਅਮਰਿੰਦਰ ਸਿੰਘ ਬਹੁਤ ਸਟਰੋਂਗ ਲੀਡਰ ਸੀ ਕਾਂਗਰਸ ਦੇ, ਅਤੇ ਉਹਨਾਂ ਦੇ ਵੇਲੇ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਰੌਲਾ ਪਿਆ। ਜਦੋਂ ਪਹਿਲੀ ਵਾਰ CM ਬਣੇ ਸੀ ਉਦੋਂ ਮਿਸ ਪਟੇਲ ਨੇ ਰਿਵੋਲਟ ਕੀਤਾ ਸੀਗਾ, ਲੇਕਿਨ ਉਹਨਾਂ ਦੇ ਨਾਲ MLA ਵੀ ਸੀ, ਕਾਮਯਾਬ ਨਹੀਂ ਸੀ ਹੋਏ। ਐਤਕੀ ਦੀ ਸਿਚੁਏਸ਼ਨ ਬੜੀ ਇੰਟਰਸਟਿੰਗ ਹੈ। ਹੁਣ ਜਿੰਨਾ ਰੌਲਾ ਦਿੱਲੀ ਦੇ ਵਿੱਚ ਪੈ ਰਿਹਾ ਹੈ ਉਹਦੇ 'ਚ ਇਸ਼ੂਜ਼ ਕੀ ਹੈ ਅਤੇ ਇਹ ਸ਼ੁਰੂ ਕਿੱਥੋਂ ਹੁੰਦਾ ਹੈ? ਤੁਹਾਡੇ 2 ਮੰਤਰੀ, ਖਾਸ ਕਰਕੇ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜਦੋਂ ਬਰਗਾੜੀ ਦੀ ਐਜੀਟੇਸ਼ਨ ਚੱਲੀ ਸੀਗੀ, ਇਹਨਾਂ ਨੇ ਵਿੱਚ ਇੰਟਰਵੀਨ ਕੀਤਾ ਸੀ ਅਤੇ ਸਰਕਾਰ ਦੀ ਬਿਹਾਫ 'ਤੇ ਕੁਝ ਵਾਅਦੇ ਕੀਤੇ ਸੀ। ਹੁਣ ਜੇ ਉਹ ਵਾਅਦੇ ਪੂਰੇ ਨਹੀਂ ਹੁੰਦੇ, ਉਹਦੇ ਵਾਸਤੇ ਮਿਨਿਸਟਰ ਜ਼ਿੰਮੇਦਾਰ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਜ਼ਿੰਮੇਦਾਰ ਹੈ। ਇਹ ਇਸ਼ੂ ਇਹ ਲੋਕ ਲਗਾਤਾਰ ਉਠਾਉਂਦੇ ਰਹੇ ਹੈ ਔਰ ਰੰਧਾਵਾ ਜੀ ਪਬਲਿਕਲੀ ਉਠਾਉਂਦੇ ਰਹੇ ਆ। ਤੁਹਾਨੂੰ ਖਿਆਲ ਹੋਵੇ ਕਿ ਕੁਝ ਮਹੀਨੇ ਪਹਿਲਾਂ ਆਪਣੇ ਇੱਕ ਸਿੱਖ ਜਥੇਬੰਦੀ ਦਾ ਗਰੁੱਪ ਮਿਨਿਸਟਰਾਂ ਦੇ ਘਰ ਜਾ ਕੇ ਬਾਹਰ ਕੀਰਤਨ ਕਰਦਾ ਸੀ ਅਤੇ ਇਹ ਇਸ਼ੂ ਫੋਕਸ ਕਰਦਾ ਸੀ। ਅਤੇ ਜਦੋਂ ਰੰਧਾਵਾ ਜੀ ਦੇ ਘਰ ਆ ਕੇ ਬੈਠੇ ਉਹ ਬਾਹਰ, ਅਤੇ ਉਹ ਵੀ ਨਾਲ ਆ ਕੇ ਬਾਹਰ ਬਹਿ ਗਏ, ਬਾਜਵਾ ਜੀ ਵੀ ਨਾਲ ਆ ਕੇ ਬਹਿ ਗਏ। ਸੋ ਇਸ਼ੂ ਲਗਾਤਾਰ ਬਿਲਡ ਹੋ ਰਿਹਾ ਸੀ। ਹੁਣ ਦਿੱਕਤ ਕਿੱਥੇ ਆਉਂਦੀ ਹੈ? ਕੈਪਟਨ ਸਾਹਿਬ ਨੇ ਸਰਕਾਰ ਚਲਾਈ ਨਹੀਂ ਐਤਕੀ। ਉਹ ਇੱਕ ਰਿਟਾਇਰਡ ਅਫਸਰ ਨੂੰ ਲਿਆ ਕੇ ਉਹਨਾਂ ਨੇ ਆਪਣਾ ਮੇਨ ਅਫਸਰ ਅਪਾਇੰਟ ਕਰ ਲਿਆ ਅਤੇ ਸਾਰੀ ਪਾਵਰ ਉਹਨਾਂ ਨੂੰ ਦੇ ਦਿੱਤੀ ਅਤੇ ਆਪ ਆਰਾਮ ਨਾਲ ਆਪਣੇ ਰਿਟਾਇਰ ਹੋ ਗਏ ਵਰਚੁਅਲੀ। ਜਦੋਂ ਫਾਰਮ ਹਾਊਸ ਬਣਾ ਲਿਆ, ਫਿਰ ਸਰਕਾਰੀ ਰਿਹਾਇਸ਼ ਵੀ ਛੱਡ ਗਏ। ਬਿੰਦੂ ਜੀ, ਪੰਜਾਬ 'ਚ ਤੁਹਾਨੂੰ ਹੋਰ ਕੋਈ ਸਟੇਟ ਐਸੀ ਨਹੀਂ ਮਿਲੇਗੀ ਜਿੱਥੇ ਚੀਫ ਮਿਨਿਸਟਰ ਆਪਣੇ ਦਫ਼ਤਰ ਦੇ ਵਿੱਚ ਨਾ ਜਾਵੇ। ਇਹ ਪੰਜਾਬ ਦੇ ਵਿੱਚ ਟਰੈਡੀਸ਼ਨ ਪਤਾ ਨਹੀਂ ਕਿਉਂ ਸ਼ੁਰੂ ਹੋ ਗਈ, ਬਾਦਲ ਸਾਹਿਬ ਵੇਲੇ ਸ਼ੁਰੂ ਹੋਈ ਸੀ ਵੈਸੇ। ਉਸ ਤੋਂ ਪਹਿਲਾਂ ਵੀ ਜਦੋਂ ਕੈਪਟਨ ਸਾਹਿਬ ਪਹਿਲੀ ਵਾਰ ਸੀਗੇ ਉਦੋਂ ਵੀ ਸ਼ੁਰੂ ਹੋ ਗਈ ਸੀਗੀ, ਬਹੁਤ ਘੱਟ ਜਾਇਆ ਕਰਦੇ ਸੀਗੇ। ਬਾਦਲ ਸਾਹਿਬ ਦੇ ਵੇਲੇ ਵੀ ਇਹ ਗੱਲ ਚੱਲਦੀ ਰਹੀ। ਹੁਣ ਇਸ ਸਰਕਾਰ 'ਚ ਆ ਕੇ ਕੈਪਟਨ ਸਾਹਿਬ ਬਿਲਕੁਲ ਹੀ ਨਹੀਂ ਗਏ ਵਰਚੁਅਲੀ। ਇਸੇ ਸੈਕਟਰੀਏਟ ਦੇ ਵਿੱਚ ਪੰਜਾਬ CM ਦੇ ਉੱਪਰ 4th ਫਲੋਰ 'ਤੇ ਹਰਿਆਣਾ CM ਦਾ ਦਫ਼ਤਰ ਹੈ। ਹਰਿਆਣਾ CM ਆਲਮੋਸਟ ਰੈਗੂਲਰ ਜਾਂਦੇ ਹੈ। ਸਾਡੇ ਪੰਜਾਬ ਦੇ ਵਿੱਚ ਸਮੱਸਿਆ ਕਿਉਂ ਖੜੀ ਹੋ ਗਈ, ਜਦਕਿ ਇਹ ਤਾਂ ਰੈਨੋਵੇਟ ਕਰਕੇ ਮੋਸਟ ਮਾਡਰਨਾਈਜ਼ਡ CM ਬਣਾਇਆ ਹੋਇਆ ਇਹਨਾਂ ਨੇ। ਹਰਿਆਣੇ ਦਾ ਇਹਨਾਂ ਨਹੀਂ ਮੇਰੇ ਖਿਆਲ ਦੇ ਵਿੱਚ। ਹਾਂਜੀ, ਸੋ ਇਹਦੇ ਨਾਲ ਜਿਹੜਾ ਸਰਕਾਰ ਦੀ ਟੋਟਲ ਫੰਕਸ਼ਨਿੰਗ ਹੈ ਉਹ 'ਤੇ ਅਸਰ ਪੈਂਦਾ ਹੈ। ਹੌਲੀ ਹੌਲੀ ਇਹ ਇੰਪਰੈਸ਼ਨ ਚਲਾ ਗਿਆ, ਪਰਸੈਪਸ਼ਨ ਬਣ ਗਈ ਮਿਨਿਸਟਰਾਂ ਦੇ ਵਿੱਚ, MLA ਦੇ ਵਿੱਚ, ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਅਗਲੀ ਇਲੈਕਸ਼ਨ ਨਹੀਂ ਜਿਤਾ ਸਕਦੇ। ਅਸਲੀ ਰੌਲਾ ਉੱਥੋਂ ਸ਼ੁਰੂ ਹੁੰਦਾ ਹੈ। ਹੁਣ ਜਦੋਂ ਇਹ ਇੰਪਰੈਸ਼ਨ ਬਣ ਗਿਆ, ਫਿਰ ਉਹਦਾ ਆਲਟਰਨੇਟਿਵ ਕੀ ਹੋਵੇ? ਸੋ ਜਿਹੜੇ ਗੱਲ ਇਹ ਕਹਿ ਰਹੇ ਸੀ ਉਹ ਇਹ ਨਹੀਂ ਸੀ ਕਹਿ ਰਹੇ ਕਿ ਨਵਜੋਤ ਸਿੱਧੂ ਨੂੰ ਲੈ ਕੇ ਆਓ। ਦੇਖੋ, ਇਹ ਵੀ ਖਾਸ ਗੱਲ ਹੈ। ਨਵਜੋਤ ਸਿੱਧੂ ਦੀ ਆਪਣੀ ਸਿਆਸਤ ਹੈ, ਇਹ ਲੋਕ ਆਪਣੀ ਸਿਆਸਤ ਲੜ ਰਹੇ ਸੀ। ਬਿਲਕੁਲ। ਜਦੋਂ ਹੁਣ ਖੜਗੇ ਕਮੇਟੀ ਵੀ 3 ਮੈਂਬਰੀ ਕਮੇਟੀ ਬਣੀ ਹੈ ਦਿੱਲੀ, ਔਰ ਉਸ ਦੇ ਨਾਲ ਜੇ ਆਪਾਂ ਗੱਲ ਕਰੀਏ ਬਾਰ-ਬਾਰ ਜਦੋਂ ਵੀ ਅਸੀਂ ਕਿਸੇ ਨਾਲ ਵੀ ਕਾਂਗਰਸ ਦੇ ਜਿਹੜੇ ਮੰਤਰੀ ਨੇ ਜਾਂ ਫਿਰ MLAs ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਉੱਥੇ ਕੀ ਕਿਹਾ, ਵੀ ਇਸ ਤਰ੍ਹਾਂ ਕੁਛ ਕਿਹਾ, ਡੈਫੀਨੇਟਲੀ ਸਿੱਧਾ ਉਹ ਕੈਮਰਾਸ 'ਤੇ ਆ ਕੇ ਤਾਂ ਉਹਨਾਂ ਨੇ ਇਸ ਬਾਰੇ ਨਹੀਂ ਗੱਲ ਕੀਤੀ, ਪਰ ਜੇ ਆਫ ਦਾ ਕੈਮਰਾ ਕੋਈ ਗੱਲ ਕੀਤੀ ਕਿ ਤੁਸੀਂ ਕਿਹਾ ਜਾ ਕੇ ਕਿ ਸਿੱਧੂ ਹੋ ਸਕਦਾ CM ਜਾਂ ਕੋਈ ਹੋਰ ਹੋ ਸਕਦਾ, ਅਤੇ ਉਹ ਇਸ ਗੱਲ ਤੋਂ ਵੀ ਇਨਕਾਰੀ ਨੇ। ਐਸੀ ਗੱਲ ਵੀ ਨਹੀਂ ਹੈ, ਉਹ ਗੱਲ ਵੀ ਕਹਿੰਦੇ ਨੇ
पर पिछे भी फिर उत्थे आके खड़ जाते हैं। जे CM चेहरे की किते भी गल आती है तो फिर कैप्टन अमरिंदर सिंह का नाम ही जोड़ा है वो अगे आ रहा बार बार। तो गल तुहाडी ठीक है कि वो यह भी नहीं कह रहे हैं कि नवजोत सिद्धू नूं लैके आओ, क्योंकि पिछे जे तुसीं देखिया सुनिया होना है कि कईयां दे बयान भी आए, कई जिहड़े कांग्रेसी आगू सीगे और कैप्टन अमरिंदर सिंह ने खुद भी बयान दिता सीगा कि किस, और वो तो बिल्कुल उन्होंने मतलब कि ऑन कैमरा मतलब ऑन रैकड कहा सीगा इह गल नूं कि बहुत सारे सीनियर मोस्ट जिहड़े ने लोग बैठे हुए ने। जे प्रधान है तो सुनील जाखड़ ठीक काम कर रहे हैं। जे गल करिए डैपूटी दी तो होर बहुत सारे ने जिहड़े कि सीनियर ने, तो सिद्धू ही क्यों, जबकि वो तो लाइन च बहुत पिछे ने। नहीं, मैं इस मसले ते बहुता कमेंट करता ही नहीं हुंदा कि इंडिविजुअल कौन क्यों की एडजस्ट किया जा रहा है। टाइम बड़ा घट है। गल तो है कि जिहड़े परसैप्शन बन गई उन्होंने तोड़ना किवें है। वो कोई डिप्टी चीफ मिनिस्टर अपॉइंट करके तोड़ी नहीं जा सकती। मेजर इशूज़ सैक्रेटरीज पावर परचेज एग्रीमेंट्स, हुण पावर परचेज एग्रीमेंट की तो कोई प्रूव नहीं सी करनी, प्रॉमिस से लोग तो लोगों ते हज़ारां करोड़ का बर्डन उन्होंने एग्रीमेंट्स ने पाया पंजाब ते। वो सरकार वाइट पेपर भी इशू नहीं कर सकी। ਉਹਦਾ कारण की है सब नूं पता है। अल्टीमेटली जिन्हां अफसरां ने उस वेले फाइल तैयार की सी उही हुणे सरकार चला रहे हैं। इत्थे गल सारी फसी हुई है। सो वो अपने आप नूं दोषी किवें ठहराउणगे ਉਹਦੇ ਵਿੱਚ, लेकिन लोगों नाल तां प्रॉमिस खड़ा है ना, और लोगों के हज़ारां करोड़ का बर्डन है, ਉਹਦਾ ਤਾਂ कोई जवाबदेह होएगा। जे नौकरियां दित्तियां तो अल्टीमेटली MLA के बच्चों को दित्तियां जी। सो इन्हां गल्लां दा जिहड़ा टोटल इंप्रैशन पैंदा है वो कांग्रेस के खिलाफ पैंदा है। इशूज़ वो टैकल करने वाले हैगे सीगे ते उस प्रोसैस दे विच क्वेश्चन मार्क लग गया कैप्टन साहब की लीडरशिप ते। हुण दोवें गल्लां चल रही हैं बई PPCC चीफ चेंज करना है कि नाल CM भी चेंज करना है। हुण फैसला तो इन्हां दी पार्टी की लीडरशिप ने करना है। तो मैनूं होर भी एक गल इंट्रस्टिंग लगती है कि कांग्रेस की जिहड़ी लीडरशिप है वो बड़े मुद्दत बाद एक्टिव हुई है। नहीं तो पार्टी का इन्ना नुकसान होगा सारे हिंदुस्तान दे विच, ये कदे आपदी नींद तो जागे ही नहीं सीगे, हुण जाग पे है। तो मैनूं लगदा कि एक हफ्ते दे विच कुछ कर देणगे। बड़ा इंट्रस्टिंग जिहड़े सुनील जाखड़ ने इस टाइम मौजूदा जिहड़े प्रधान ने सूबा प्रधान ने कांग्रेस के, उन्होंने एक गल कही अज, उन्होंने खास तौर पर यह गल नूं स्ट्रैस किया कि राहुल गांधी बड़ी पेशेंस के नाल सब नूं सुन रहे हैं और असी मैं बड़ा मुतमीन होकर आया उन्होंने कोल गल करके, और मैनूं लग्या भी किसी ना किसी तरीके दे नाल ओहदा हल कढ लैणगे आउंदे दिनां दे विच। पर उन्होंने यह भी नाल जिहड़ी गल कही कि जो भी कर लो, जिहड़ी स्थिति हैगी है कांग्रेस की, क्योंकि बहुत डिकलाइन तो कांग्रेस देखी गई है पिछले सालों के नैशनल लैवल पर भी, उहदी रिवाइवल जिहड़ी हैगी वो पंजाब तो होनी है। उन्होंने यह बयान दिता। वो बिल्कुल ठीक कह रहे हैं। मैं उन्होंने तो होड़ अगे चलदा जो ये सरकार बनी सी, मेरा भी व्यू उस वेले यही सी जो सुनील जाखड़ का अज है। मेरा शुरू दे विच सी कि जे कांग्रेस पंजाब विच एक मॉडल गवर्नेंस देवे तो उहदे नाल हिंदुस्तान विच कांग्रेस रिवाइव हो सकती है। लेकिन होया उहदे बिल्कुल ही उल्ट, सरकार चली ही नहीं। जबकि जे पार्टी रिवाइव करनी सी, ये वधिया गवर्नेंस दी एग्जाम्पल दे के हिंदुस्तान दे विच, और कैप्टन साहब की कैपेसिटी सी वधिया गवर्नेंस देण दी भी। इन्हां ने दूसरी एटीट्यूड अपना लिया ऐतकी, बई ऐतकी सरकार अफसर चलाउणगे। हुण जिहड़ी गल कह रहे हैं सुनील जाखड़ जी, वो ठीक कह रहे हैं। हुण भी इन्हां कोले मौका है, ये लास्ट स्टेट, जे पंजाब भी इन्हां कोलों गया ना तो इन्हां दी पार्टी वर्चुअली फिनिश्ड है। पंजाब की अहमियत इंटरनेशनल लैवल पर है, सिर्फ हिंदुस्तान दे विच ही नहीं है। ये स्टेट ऐसी है। तुसीं सुनिया होना, बड़ी इंटरस्टिंग गल है कि प्रगट सिंह जिथे ने पिछले दिनों च उन्होंने काफ़ी प्रैस कॉन्फ्रेंसिस कीतियां, काफ़ी बयान भी दिते। 10 साल के साडे हॉकी के खिलाड़ी ने, लोग उन्होंने बहुत चाहते हैं एक खिलाड़ी के तौर पर, और उन्होंने अपने एक रेपूटेशन भी बहुत अच्छा रहा है एक खिलाड़ी के तौर पर।
ਪਰ ਜਿਹੜੀ ਉਹਦੇ ਬਾਅਦ ਉਹ ਬਾਰ-ਬਾਰ ਜਿਹੜੇ ਗੱਲਾਂ ਕਰਦੇ ਨੇ ਉਹ ਕਾਫੀ ਕੁਝ ਕੱਢ ਕੇ ਮੁੱਦੇ ਲੈ ਕੇ ਆਉਂਦੇ ਨੇ। ਉਹਨਾਂ ਦੇ ਡਿਫਰੈਂਸਿਸ ਵੀ ਜਿਹੜੇ ਨੇ ਸਰਕਾਰ ਦੇ ਨਾਲ ਕਹਿ ਸਕਦੇ ਹਾਂ ਕਿ ਕਾਫੀ ਦਿਖਾਈ ਦਿੰਦੇ ਨੇ। CM ਨੂੰ ਵੀ ਉਹ ਕਾਫੀ ਕਹਿਣ ਦੀ ਗੱਲ ਕੋਸ਼ਿਸ਼ ਕਰਦੇ ਨੇ, ਪਰ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਦੇ ਉਹ ਫਿਰ ਵੀ ਇਹੀ ਬਾਰ-ਬਾਰ ਕਹਿੰਦੇ ਨੇ ਕਿ ਮੈਂ ਮੰਨਦਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਬਹੁਤ ਵਧੀਆ ਕੁਝ ਕਰ ਸਕਦੇ ਹੈ, ਕਾਫੀ ਵਧੀਆ ਐਡਮਿਨਿਸਟ੍ਰੇਟਰ ਨੇ। ਉਹਨਾਂ ਨੇ ਕਈ ਵਾਰੀ ਇਹ ਚੀਜ਼ ਨੂੰ ਦਰਜ ਕੀਤਾ ਆਪਣੇ ਬਿਆਨਾਂ ਦੇ ਵਿੱਚ। ਮਤਲਬ ਕਹਿਣ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਚਾਹੇ MLAs ਨੇ ਚਾਹੇ ਕੁਛ ਨੇ, ਬਾਵਜੂਦ ਉਸਦੇ ਕਿ ਉਹਨਾਂ ਦੇ ਕੁਛ ਡਿਫਰੈਂਸ ਆਫ ਓਪੀਨੀਅਨ ਕਹਿ ਲਓ ਜਾਂ ਕਈ ਚੀਜ਼ਾਂ ਕਹਿ ਲਓ ਹੈ ਨੇ, ਔਰ ਉਹ ਦਿੱਲੀ ਦਰਬਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਹੇ। ਫਿਰ ਵੀ ਹਰ ਵਾਰ ਜਿਹੜੇ ਜੇ ਆਖਰੀ ਮੋਹਰ ਲਾਣੀ ਹੈ ਕਿਸੇ ਦੇ ਨਾਮ 'ਤੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਹੀ ਲਾਈ ਜਾਂਦੀ ਹੈ। ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਹੀ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਹੈ। ਇਹ 2017 ਦੇ ਵਿੱਚ ਸੀ, ਹੁਣ ਨਹੀਂ ਹੈ। ਹੁਣ ਜਿਹੜਾ ਉਹ ਰੁਤਬਾ ਸੀ ਕੈਪਟਨ ਸਾਹਿਬ ਦਾ ਉਹ ਡਾਇਲੂਟ ਹੋ ਗਿਆ, ਤੇ ਉਹਦੇ 'ਚ ਕਿਸੇ ਦਾ ਕਸੂਰ ਨਹੀਂ ਹੈ, ਇਹਨਾਂ ਦਾ ਆਪਣਾ ਹੈ। ਸਾਡੀ ਅਸੈਸਮੈਂਟ ਤਾਂ ਥੋੜ੍ਹੀ ਜਿਹੀ ਹੋਰ ਅੱਗੇ ਚੱਲ ਕੇ ਸੀ ਵੀ ਕਾਂਗਰਸ ਆਪਣੇ ਆਪ ਅਲੱਗ ਹੈ ਅਤੇ ਕੈਪਟਨ ਸਾਹਿਬ ਅਲੱਗ ਹੈ, ਅਤੇ ਕਾਂਗਰਸ ਕੈਪਟਨ ਸਾਹਿਬ ਕਰਕੇ ਜਿੱਤਦੀ ਹੈ। ਸਪੈਸ਼ਲੀ ਜਿਹੜਾ ਸਿੱਖ ਵੋਟ ਬੈਂਕ ਸੀਗਾ ਉਹਦੇ ਵਿੱਚ ਇਹਨਾਂ ਦੀ ਫਾਲੋਇੰਗ ਕਾਫੀ ਸੀ ਐਜ਼ ਕੰਪੇਅਰ ਟੂ ਅਕਾਲੀਸ। ਇਸ ਕਰਕੇ ਇਹਨਾਂ ਦਾ ਜੀ ਇਹ ਇਮੇਜ ਬਣਿਆ ਹੋਇਆ ਸੀਗਾ, ਲੇਕਿਨ ਨਾਨ ਗਵਰਨੈਂਸ ਕਰਕੇ ਮੇਰੇ ਖਿਆਲ ਦੇ ਵਿੱਚ ਉਹ ਇਮੇਜ ਹੁਣ ਉਹ ਨਹੀਂ ਰਿਹਾ। ਹੁਣ ਜੇ ਕਾਂਗਰਸ ਨੇ ਰਿਵਾਈਵ ਕਰਨਾ ਹੈ ਅਤੇ ਪਾਰਟੀ ਨੂੰ ਪੰਜਾਬ ਵਿੱਚ ਬੜੇ ਡਰੈਸਟਿਕ ਸਟੈਪਸ ਲੈਣੇ ਪੈਣਗੇ, ਨਹੀਂ ਤਾਂ ਪਾਰਟੀ ਰਿਵਾਈਵ ਨਹੀਂ ਹੁੰਦੀ। ਸਰ ਅਕਾਲੀ ਦਲ 'ਤੇ ਵੀ ਆ ਜਾਈਏ, ਥੋੜ੍ਹਾ ਸਾਡੇ ਕੋਲ ਟਾਈਮ ਰਹਿ ਗਿਆ, ਇਹ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਅਕਾਲੀ ਭਾਜਪਾ ਗਠਬੰਧਨ ਜਿਵੇਂ ਤੁਸੀਂ ਦੇਖਿਆ ਇਹਨਾਂ ਦਾ ਗੱਠਜੋੜ ਹੁਣੀ ਹੋਇਆ ਹੈ। ਅਕਾਲੀ ਦਲ ਨੂੰ ਇਹਦਾ ਕਿੰਨਾ ਕੁ ਫਰਕ ਪਏਗਾ? BSP ਕਿੰਨੀ ਕੁ ਹੈਲਪ ਕਰੇਗੀ ਜਾਂ ਇੱਕ ਦੂਜੇ ਦੀ ਕਿੰਨੀ ਕੁ ਹੈਲਪ ਕਰਨਗੇ? ਕਿਸ ਤਰੀਕੇ ਦਾ ਇਹਨਾਂ ਦਾ ਜਿਹੜਾ ਇੱਕ ਨਵਾਂ ਇੱਕ ਅਲਾਇੰਸ, ਨਵਾਂ ਤਾਂ ਨਹੀਂ ਹੈ ਤਾਂ 25 ਸਾਲ ਪੁਰਾਣਾ ਹੈਗਾ, 25 ਸਾਲ ਪਹਿਲੇ ਵੀ ਹੋਇਆ ਸੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ, ਪਰ ਹੁਣ ਜਿਹੜਾ ਦੁਬਾਰਾ ਰਿਵਾਈਵ ਹੋਇਆ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ, ਖਾਸ ਕਰਕੇ ਅਸੈਂਬਲੀ ਚੋਣਾਂ ਲਈ? ਨਹੀਂ, ਸਿਚੁਏਸ਼ਨ ਤਾਂ 5 ਸਾਲ ਬਾਅਦ ਹੀ ਬਦਲ ਜਾਂਦੀ ਹੈ, ਤਾਂ 25 ਸਾਲ ਦੀ ਗੱਲ ਹੈ। ਬਿੰਦੂ ਜੀ, ਤੇ ਇੱਕ ਗੱਲ ਧਿਆਨ 'ਚ ਰੱਖ ਕੇ ਚੱਲੋ, ਪਿਛਲੀ ਵਾਰ ਆਈਆਂ ਸੀ ਸੀਟਾਂ ਅਕਾਲੀ ਦਲ ਦੀਆਂ ਅਤੇ BJP ਦੀਆਂ 18, 15 ਅਤੇ 3 ਅਲਾਇੰਸ ਇਕੱਠੀ ਸੀ। ਹੁਣ ਇਨਕੰਬੈਂਸੀ ਹੈ, ਇਹਦਾ ਗੇਨ ਤਾਂ ਅਕਾਲੀ ਦਲ ਨੂੰ ਹੀ ਹੋਣਾ ਚਾਹੀਦਾ। ਹੁਣ ਜਦੋਂ ਇਹ ਅਲਾਇੰਸ ਪੁਰਾਣੀ ਟੁੱਟ ਗਈ ਅਤੇ BSP ਨਾਲ ਅਲਾਇੰਸ ਹੋ ਗਈ, ਤਾਂ ਮੈਂ ਉੱਥੇ ਕਿਹਾ ਵੀ ਇੱਕ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ, BJP ਦਾ ਜਿਹੜਾ ਆਪਣਾ ਸਪੋਰਟ ਬੇਸ ਹੈ ਉਹ ਅਕਾਲੀ ਦਲ ਦੀਆਂ ਵੋਟਾਂ ਦਾ ਪਾਰਟ ਸੀ, ਅਤੇ ਮੇਰੇ ਖਿਆਲ ਦੇ ਵਿੱਚ BJP ਦਾ ਸਪੋਰਟ ਬੇਸ BSP ਤੋਂ ਬਹੁਤ ਜ਼ਿਆਦਾ ਹੈ। ਕੀ BSP ਉਹ ਗੈਪ ਪੂਰਾ ਕਰ ਸਕਦੀ ਹੈ? ਪਹਿਲਾਂ ਤਾਂ ਉਹ ਗੈਪ ਪੂਰਾ ਕਰਨ ਦੀ ਗੱਲ ਹੈ, ਉਸ ਤੋਂ ਅੱਗੇ ਤਾਂ ਬਾਅਦ ਦੇ ਵਿੱਚ ਚੱਲਣਾ ਹੈ। ਅਤੇ BSP ਓਵਰ ਦੀ ਈਅਰਸ ਡਾਊਨ ਹੀ ਗਈ ਹੈ। ਪੰਜਾਬ ਵਿੱਚ ਤਾਂ BSP ਕਦੇ ਉਸ ਰੂਪ ਦੇ ਵਿੱਚ ਆਈ ਹੀ ਨਹੀਂ, ਜਦ ਕਿ ਦਲਿਤ ਪਾਪੂਲੇਸ਼ਨ ਹਿੰਦੁਸਤਾਨ ਵਿੱਚ ਜੇ ਕਿਸੇ ਸਟੇਟ ਵਿੱਚ ਸਭ ਤੋਂ ਜ਼ਿਆਦਾ ਹੈ ਉਹ ਪੰਜਾਬ ਹੈ, ਔਰ BSP ਦਾ ਫਾਊਂਡਰ ਪੰਜਾਬ ਤੋਂ ਸੀ, ਲੇਕਿਨ ਪੰਜਾਬ ਵਿੱਚ ਇਹ ਪਾਰਟੀ ਨਹੀਂ ਬਣ ਸਕੀ। ਉਹਦੇ ਬੜੇ ਹੋਰ ਕਾਰਨ ਹੈਗੇ ਹੈ। ਸੋ ਇਹ ਮੇਰੇ ਖਿਆਲ ਦੇ ਵਿੱਚ ਇਹਦਾ ਫਾਇਦਾ ਜ਼ਿਆਦਾ ਅਕਾਲੀ ਦਲ ਨਾਲੋਂ BSP ਨੂੰ ਹੋਏਗਾ। ਉਹ ਜਿਹੜੀਆਂ 3-4 ਸੀਟਾਂ ਸੀ ਜਿੱਥੇ ਉਹਨਾਂ ਨੂੰ ਵੋਟ ਜ਼ਿਆਦਾ ਪੈਂਦੀ ਹੈ, ਹੁਣ ਉਹ ਸੀਟਾਂ ਕੱਢ ਸਕਦੇ ਆ। ਅਕਾਲੀ ਦਲ ਨੂੰ ਪ੍ਰਪੋਰਸ਼ਨੇਟਲੀ ਉਹਦਾ ਫਾਇਦਾ ਹੋਏਗਾ ਕਿ ਨਹੀਂ, ਮੈਂ ਇਹਦੇ ਬਾਰੇ ਹਜੇ ਬਹੁਤਾ ਸ਼ੋਰ ਨਹੀਂ ਗਾ। CPI CPM ਦੀਆਂ ਵੀ ਗੱਲਾਂ ਬਾਰ-ਬਾਰ ਚੱਲ ਰਹੀਆਂ ਕਿ ਅਕਾਲੀ ਦਲ ਪਿੱਛੇ ਬਹੁਤ ਜ਼ਿਆਦਾ ਇਹ ਗੱਲ ਆਈ ਹੈ ਜਦੋਂ ਖਾਸ ਕਰਕੇ ਅਲਾਇੰਸ ਇਹਨਾਂ ਨੇ ਬਸਪਾ ਦੇ ਨਾਲ ਕੀਤਾ ਕਿ 3 ਸੀਟਾਂ ਜਾਂ 5 ਸੀਟਾਂ CPI CPM ਦੀ ਝੋਲੀ 'ਚ ਵੀ ਪੈ ਸਕਦੀਆਂ। ਹਜੇ ਕੁਛ ਦਿਨਾਂ ਤੋਂ ਇਹ ਗੱਲ ਠੰਡਾ ਮਤਲਬ ਕੀ ਹੋ ਗਈ ਹੈ, ਪਰ ਉਹਨਾਂ ਦੇ ਨਾਲ ਵੀ ਚੱਲਣ ਦੀ ਕੁਛ ਐਸੀ ਜਿਹੜੀਆਂ ਕਨਸੂਈਆਂ ਸੀਗੀਆਂ ਉਹ ਆਉਂਦੀਆਂ ਰਹੀਆਂ ਕਾਫੀ ਜ਼ਿਆਦਾ। ਕਿਵੇਂ ਦੇਖਦੇ ਹੋ ਤੁਸੀਂ? ਇੱਕ ਇਲੈਕਸ਼ਨ ਮੇਰੇ ਖਿਆਲ ਦੇ ਵਿੱਚ ਉਹ ਸੀਗੀ 2007 ਦੀ ਹੈ ਜਾਂ 12 ਦੀ ਹੈ, ਮੈਂ ਥੋੜ੍ਹਾ ਜਿਹਾ ਕਨਫਿਊਜ਼ ਕਰਕੇ। ਉਹਨਾਂ ਵਿੱਚੋਂ ਇੱਕ ਇਲੈਕਸ਼ਨ ਜਿੱਤੀ ਸੀਗੀ ਅਕਾਲੀ ਦਲ ਨੇ ਡਿਊ ਟੂ CPI, ਉਹਨਾਂ ਦੇ ਆਪਣੇ ਕੈਂਡੀਡੇਟ ਖੜ੍ਹੇ ਸੀਗੇ। 8 ਸੀਟਾਂ 'ਤੇ ਜਿਹੜਾ ਗੈਪ ਸੀਗਾ ਉਹ ਵੋਟਾਂ CPI ਨੇ ਕਾਂਗਰਸ ਦੀਆਂ ਕੱਟੀਆਂ ਸੀ। ਇਹ ਡਿਪੈਂਡ ਕਰਦਾ ਹੈ ਕਿ ਇਹ ਅਲਾਇੰਸ ਕਰਦੇ ਆ ਜਾਂ ਕਿਸ ਢੰਗ ਨਾਲ ਇਹ ਸਾਰਾ ਮੈਨੇਜ ਕਰਦੇ ਆ।
ਜਿਸ ਢੰਗ ਨਾਲ BSP ਦਾ ਸਪੋਰਟ ਬੇਸ ਘਟਿਆ ਹੈ, ਉਸ ਤਰ੍ਹਾਂ ਹੀ CPM ਦਾ ਵੀ ਘਟਿਆ ਹੈ। ਇਹ ਪਾਰਟੀਆਂ ਜਦੋਂ ਵੀ ਸੀਟ ਜਿੱਤੀ, ਕਦੇ ਇਹਨਾਂ ਨੇ ਇੱਕ ਅਲਾਇੰਸ ਦੇ ਵਿੱਚ ਜਿੱਤੀ ਹੈ। CPM ਨੇ ਲਾਸਟ ਨਾਰਮਲ ਇਲੈਕਸ਼ਨ ਦੇ ਵਿੱਚ ਕੋਈ ਸੀਟ ਕੱਢੀ ਸੀ, ਉਹ 1980 ਵਿੱਚ ਸੀ। 92 ਦੇ ਵਿੱਚ ਜਿਹੜੀ ਇਲੈਕਸ਼ਨ ਸੀ ਉਹ ਬਾਈਕਾਟ ਦੀ ਸੀ। ਮੈਂ ਉਹਨੂੰ ਕੰਸੀਡਰ ਹੀ ਨਹੀਂ ਕਰਦਾ। ਸੋ CPI ਦੀਆਂ ਲਾਸਟ ਟਾਈਮ ਜਦੋਂ 2 ਸੀਟਾਂ ਆਈਆਂ, ਉਦੋਂ ਪਾਰਟੀ ਕਾਂਗਰਸ ਨਾਲ ਅਲਾਇੰਸ ਦੇ ਵਿੱਚ ਸੀ। ਸੋ ਉਹ ਸਾਰਾ ਕੁਛ ਤੁਹਾਨੂੰ ਜੇ ਦੇਖੀਏ ਤਾਂ ਇਹ ਡਿਪੈਂਡ ਕਰੇਗਾ। ਅੱਜ CPM ਦੀ ਮੈਂ ਖਬਰ ਪੜ੍ਹੀ, ਅੱਜ ਉਹ ਕਹਿੰਦੇ ਵੀ ਅਸੀਂ 41 ਸੀਟਸ 'ਤੇ ਆਪਣੇ ਕੈਂਡੀਡੇਟ ਖੜ੍ਹੇ ਕਰਾਂਗੇ। ਸੋ ਉਹ ਤਾਂ ਪਹਿਲੇ ਨਿਕਲ ਗਏ ਅਤੇ ਬਾਕੀ ਫੈਸਲਾ ਇਹਨਾਂ ਦੀ ਹਾਈ ਕਮਾਂਡ ਨੇ ਕਰਨਾ। ਅਤੇ ਹਾਲੇ ਗੱਲਬਾਤ ਚੱਲੇਗੀ, ਮੇਰੇ ਖਿਆਲ ਦੇ ਵਿੱਚ ਟਾਈਮ ਲੱਗੇਗਾ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ। ਹਜੇ ਸਿਆਸਤ ਜਿਹੜੀ ਹੈ ਹੌਲੀ ਹੌਲੀ ਪੱਖੇਗੀ ਅਤੇ ਅਲੱਗ-ਅਲੱਗ ਜਿਹੜੇ ਨੇ ਇਹਦੇ ਆਯਾਮ, ਨਵੇਂ ਰੂਪ ਜਿਹੜੇ ਦੇਖਣ ਨੂੰ ਮਿਲਣਗੇ। ਜਿਵੇਂ ਟਾਈਮ ਪਾਸ ਹੋਏਗਾ, ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਜਿਹੜੀਆਂ ਪਾਰਟੀਆਂ ਨੇ, ਸਿਆਸੀ ਪਾਰਟੀਆਂ, ਉਹਨਾਂ ਦੇ ਵਿੱਚ ਕਈ ਬਦਲ ਇਸ ਵਾਰੀ ਦੇਖਣ ਨੂੰ ਮਿਲਣਗੇ। ਜੇ ਕੈਂਡੀਡੇਟਸ ਦਾ ਬਦਲ ਨਾ ਹੋਇਆ ਤਾਂ ਘੱਟੋ ਘੱਟ ਐਵੇਂ ਜ਼ਰੂਰ ਦੇਖੇਗਾ ਕਿ ਉਹਨਾਂ ਦੀ ਨੀਤੀ ਜਿਹੜੀ ਹੈਗੀ ਹੈ, ਜੋ ਪਾਲਿਸੀ ਬਣਾਉਣਗੇ ਉਹ, ਜਾਂ ਆਪਣੀ ਕੋਸ਼ਿਸ਼ਾਂ ਜਿਹੜੀਆਂ ਕਰਨਗੇ, ਉਹਦੇ 'ਚ ਕੁਛ ਬਦਲਾਅ ਜ਼ਰੂਰ ਦੇਖਣ ਨੂੰ ਮਿਲਣਗੇ। ਹਜੇ ਤੱਕ ਜੇ ਅਸੀਂ ਐਨਾਲਿਸਿਸ ਕਰੀਏ, ਦੇਖੀਏ, ਕੋਖੀਏ, ਪੜਤਾਲੀਏ, ਤਾਂ ਇੱਦਾਂ ਲੱਗ ਰਿਹਾ ਕਿ ਜਿਵੇਂ ਤਿੰਨੋਂ ਪਾਰਟੀਆਂ, ਖਾਸ ਕਰਕੇ ਜੇ ਹੁਣ ਆਪਾਂ ਗੱਲ ਕਰ ਲਈਏ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਖਾਸ ਕਰਕੇ ਅਕਾਲੀ ਦਲ ਅਤੇ ਬਸਪਾ, ਇਹਨਾਂ ਤਿੰਨਾਂ ਦੀ ਜਿਹੜੀ ਪਾਰਟੀਜ਼ ਦੀਆਂ ਮੂੰਹ ਮੁਹਾਂਦਰਾ ਇਸ ਟਾਈਮ ਇੱਕ ਦੂਸਰੇ ਵੱਲ ਹੈਗਾ। ਇਹ ਇੱਕ ਦੂਸਰੇ ਵੱਲ ਦੇਖ ਰਹੀਆਂ ਕਿ ਉਹ ਕੀ ਕਰ ਰਹੀ ਹੈ ਅਤੇ ਉਹ ਕੀ ਕਰ ਰਹੀ ਹੈ, ਕਿਹਦੇ ਲੀਡਰ ਜਿਹੜੇ ਨੇ ਜ਼ਿਆਦਾ ਉਹ ਖਿੱਚ ਕੇ ਆਪਣੇ ਵੱਲ ਲੈ ਕੇ ਆ ਰਹੇ ਹੈ, ਕਿਵੇਂ ਦਾ ਉਹ ਚਿਹਰਾ ਮੋਹਰਾ ਆਪਣੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਸ ਤਰੀਕੇ ਦੇ ਨਾਲ ਉਹ ਅੱਗੇ ਪਾਰਟੀ ਨੂੰ ਜਾਂ ਮੁੱਦਿਆਂ ਨੂੰ, ਜਾਂ ਕਿਸ ਤਰੀਕੇ ਦੇ ਨਾਲ ਉਹ ਚੋਣਾਂ ਦੇ ਵਿੱਚ ਅੱਗੇ ਪੈਰ ਰੱਖਣਗੇ। ਵੋਟਰ ਜਿਹੜਾ ਹਜੇ ਸਾਈਡ 'ਤੇ ਬੈਠਾ ਹੈ, ਗੱਲਾਂ ਤਾਂ ਬਹੁਤ ਨੇ, ਹਜੇ ਸਪਲਿੰਟਰ ਗਰੁੱਪਸ ਵੀ ਨੇ, ਉਹਦੇ ਨਾਲ ਕਿਸਾਨੀ ਵੀ ਹੈ, ਸਾਰੇ ਮੁੱਦੇ ਨੇ ਜਿਹੜੇ ਕਿ ਕੰਸੀਡਰ ਹੋਣ ਵਾਲੇ ਹੈ ਇਸ ਵਾਰ ਦੀਆਂ ਚੋਣਾਂ ਦੇ ਵਿੱਚ। ਪਰ ਬਾਵਜੂਦ ਉਸ ਦੇ ਅਸੀਂ ਵੀ ਉਸੇ ਤਰੀਕੇ ਨਾਲ ਹੌਲੀ ਹੌਲੀ ਅੱਗੇ ਵਧਾਂਗੇ ਇਸ ਦੇ ਐਨਾਲਿਸਿਸ ਨੂੰ ਲੈ ਕੇ, ਜਿਸ ਤਰੀਕੇ ਦੇ ਨਾਲ ਸਮਾਂ ਹਜੇ ਬਾਕੀ ਹੈ, ਕਿਉਂਕਿ ਹਜੇ ਬਹੁਤ ਹੀ ਜਲਦੀ ਹੋਏਗਾ ਕਿਸੇ ਵੀ ਕਨਕਲੂਜਨ 'ਤੇ ਪਹੁੰਚਣਾ। ਅੱਜ ਮੈਨੂੰ ਇੱਥੇ ਹੀ ਦਿਓ ਇਜਾਜ਼ਤ। ਮੇਰਾ ਕੈਮਰੇ ਪਰਸਨ JP ਅਤੇ ਮੈਂ ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ, ਕਿਸੇ ਨਵੇਂ ਮਹਿਮਾਨ ਦੇ ਨਾਲ। ਤਾਂ ਤੱਕ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।